ਕਈ ਵਾਰ ਦੁਕਾਨਦਾਰ ਨਾ ਇਦਾਂ ਕਹਿ ਲੱਗ ਜਾਂਦੇ ਜਿਵੇਂ ਮੈਂ ਚਿੱਟਾ ਪਾਇਆ ਨਹੀਂ ਨਹੀਂ ਕਹਿੰਦੇ ਆ ਚਿੱਟਾ ਹੀ ਰੰਗ ਹੈ ਮੈਡਮ ਚਿੱਟਾ ਰੰਗ ਚਾਹੇ ਉਹ ਪੀਲਾ ਰੰਗ ਹੀ ਕਿਉਂ ਨਾ ਹੋਵੇ ਹਨਾ ਕਸਟਮਰ ਨੂੰ ਬੇਵਕੂਫ ਬਣਾਉਣ ਦਾ ਬਹੁਤ ਵਧੀਆ ਤਰੀਕਾ ਹੈ। ਮੈਂ ਤਾਂ ਕਹਿੰਦੀ ਹੁੰਦੀ ਜਦੋਂ ਕੋਈ ਤੁਹਾਨੂੰ ਬੇਵਕੂਫ ਬਣਾਵੇ ਨਾ ਰੱਜ ਕੇ ਬੇਵਕੂਫ ਬਣੋ ਤਾਂ ਜੋ ਬੇਵਕੂਫ ਬਣਾਉਣ ਵਾਲੇ ਨੂੰ ਪਤਾ ਲੱਗੇ ਕਿ ਉਹ ਕਿੱਡੀ ਵੱਡੀ ਬੇਵਕੂਫੀ ਕਰ ਰਿਹਾ ਤੇ ਮਜ਼ਾ ਆ ਜਾਵੇ ਉਹਨੂੰ ਬੇਵਕੂਫ ਬਣਾਉਂਦੇ ਨੂੰ ਦੇਖ ਕੇ, ਕਿਉਂਕਿ ਜਦੋਂ ਤੁਹਾਨੂੰ ਕੋਈ ਬੇਵਕੂਫ ਬਣਾ ਰਿਹਾ ਤੁਸੀਂ ਬੇਵਕੂਫ ਬਣ ਰਹੇ ਆ ਤੇ ਉਸਦੀ ਬੇਵਕੂਫੀ ਦੀ ਹੱਦ ਦੇਖੋ। ਸੋ ਕਈ ਦੁਕਾਨਦਾਰਾਂ ਦਾ ਵੱਖਰਾ ਹੀ ਅੰਦਾਜ਼ ਹੈ ਜੀ, ਉਹ ਕਹਿਣਗੇ ਕਿ ਸਾਡੀ ਦੁਕਾਨ ਤੋਂ ਜੀ ਆਹ ਹੀਰੋਇਨ ਦੇ ਕੱਪੜੇ ਜਾਂਦੇ ਨੇ ਤੁਸੀਂ ਵੀ ਆ ਕੇ ਲਵੋ। ਵੀ ਸਾਨੂੰ ਕੀ ਜਿਹੜਾ ਮਰਜ਼ੀ ਹੀਰੋ ਲਵੇ ਜਿਹੜੀ ਮਰਜ਼ੀ ਹੀਰੋਇਨ ਲਵੇ ਸਾਨੂੰ ਤੁਹਾਡੇ ਕੱਪੜੇ ਤੋਂ ਇਹ ਕੀ ਲੈਣਾ ਦੇਣਾ। ਸਭ ਤੋਂ ਬਾਅਦ ਇਰੀਟੇਸ਼ਨ ਹੁੰਦੀ ਆ ਉਦਾਹਰਣ ਦੇ ਤੌਰ ਤੇ ਮੈਂ ਮੇਕਅਪ ਲੈਣ ਗਈ ਮੈਨੂੰ ਲਿਪ ਸ਼ੇਡ ਪਸੰਦ ਆਈ ਦੁਕਾਨਦਾਰ ਨੇ ਸ਼ੁਰੂ ਹੋ ਜਾਣਾ ਸਕਿਨ ਦੀ ਆਹ ਚੀਜ਼ ਹੈਗੀ ਹੈ ਤੁਹਾਡੇ ਕੋਲ ਪ੍ਰਾਈਮਰ ਹੈਗਾ ਤੁਹਾਡੇ ਕੋਲ ਮੋਇਸਚਰਾਈਜ਼ਰ ਹੈਗਾ। ਉਹ ਭਰਾਵਾ ਸਾਡੇ ਕੋਲ ਜੋ ਹੈਗਾ ਸਾਨੂੰ ਪਤਾ ਹੈ ਤੇ ਜੋ ਸਾਡੇ ਕੋਲ ਨਹੀਂ ਹੈਗਾ ਸਾਨੂੰ ਉਹ ਵੀ ਪਤਾ ਹੈ। ਧੱਕੇ ਨਾਲ ਜਦੋਂ ਕੋਈ ਸ਼ਾਪਕੀਪਰ ਜ਼ਬਰਦਸਤੀ ਕੋਈ ਹੋਰ ਚੀਜ਼ ਲੈਣ ਗਿਆ ਨੂੰ ਕੋਈ ਹੋਰ ਚੀਜ਼ ਵੇਚਣ ਦੀ ਕੋਸ਼ਿਸ਼ ਕਰਦਾ ਨਾ ਸਾਰੇ ਕਸਟਮਰਸ ਨੂੰ ਖਿਜ ਮੱਚਦੀ ਹੈ। ਸੋ ਸੇਲ ਤੇ ਕਿੰਨੀ ਵਾਰ ਚੀਜ਼ਾਂ ਲੱਗੀਆਂ ਹੁੰਦੀਆਂ ਤਾਂ ਪ੍ਰਾਈਸ ਉਹ ਤਾਂ ਓਰੀਜਨਲ ਉਹੀ ਹੁੰਦਾ ਹੈ। ਅਸੀਂ ਐਵੇਂ ਹੀ ਖੁਸ਼ੀ 'ਚ ਬੇਵਕੂਫ ਬਣ ਜਾਂਦੇ ਆ ਕਿ ਸੇਲ ਤੇ ਚੀਜ਼ ਲੱਗੀ ਹੈ ਲੈ ਲਈਏ ਫਟਾਫਟ। ਸੋ ਕਈ ਵਾਰ ਸ਼ੌਪਕੀਪਰਸ ਵਿਚਾਰੇ ਬੜੇ ਭੋਲੇ ਹੁੰਦੇ ਆ ਪਰ ਕਈ ਕਸਟਮਰ ਇਦਾਂ ਦੇ ਹੁੰਦੇ ਆ ਸਾਰੀ ਦੁਕਾਨ ਦਾ ਖਲੇਰਾ ਪਵਾ ਦੇਣਗੇ ਵਿਚਾਰੇ ਤੇ ਪਰ ਪਸੰਦ ਕੁਝ ਵੀ ਨਹੀਂ ਕਰਨਗੇ ਨਾ ਕੁਝ ਖਰੀਦਣਗੇ ਅਗਲੇ ਦਾ ਐਵੇਂ 2-3 ਘੰਟੇ ਬਰਬਾਦ ਕਰ ਦੇਣਗੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਪ੍ਰੋਗਰਾਮ ਚੁਗਲੀ ਸੈਂਟਰ ਲੈ ਕੇ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਮੈਂ ਸੁਰਭੀ ਤੇ ਮੇਰੇ ਨਾਲ ਨੇ ਜੀ ਮੈਂ ਆ ਵਰੁਣ ਕੌਰ ਮਾਨ। ਕੀ ਹਾਲ ਚਾਲ ਹੈ ਤੁਹਾਡਾ? ਬਸ ਵਧੀਆ ਤੁਸੀਂ ਸੁਣਾਓ। ਮੇਰਾ ਵਧੀਆ। ਅੱਜ ਤੁਸੀਂ ਸੋਫੇ ਨਾਲ ਦਾ ਰੰਗ ਕਿਉਂ ਪਾ ਕੇ ਆਏ? ਨਹੀਂ ਥੋੜਾ ਬਹੁਤ ਫਰਕ ਹੈ। ਉਹ ਭੈਣ ਜੀ ਇੱਕੋ ਜਿਹਾ ਹੀ ਆ ਜੀ। ਤੇ ਮੈਨੂੰ ਆ ਕਰੀਮ ਲੱਗ ਰਿਹਾ ਮੇਰੇ ਕੱਪੜੇ ਮੈਨੂੰ ਚਿੱਟੇ ਲੱਗ ਰਹੇ ਉਹ ਨਹੀਂ ਭੈਣ ਜੀ ਇਹ ਲਾਈਟਾਂ ਕਰਕੇ ਇਦਾਂ ਲੱਗਦਾ ਪਿਆ। ਅੱਛਾ ਤੇ ਮੈਂ ਵੀ ਭੁਲੇਖੇ 'ਚ ਰਹਿ ਗਈ। ਨਹੀਂ ਅੱਜ ਮੈਂ ਥੋੜਾ ਦੁਕਾਨਦਾਰਾਂ ਦੇ ਵਾਂਗ ਕਰਨ ਦੀ ਕੋਸ਼ਿਸ਼ ਚ ਮੈਨੂੰ ਵੀ ਥੋੜਾ ਜਿਹਾ ਲੱਗਾ ਕਿ ਤੁਸੀਂ ਇੱਦਾਂ ਕਹੇ ਨਹੀਂ ਨਹੀਂ ਭੈਣ ਜੀ ਇਹ ਚਿੱਟਾ ਹੀ ਹੈ। ਉਹ ਇਦਾਂ ਹੀ ਹੁੰਦਾ ਨਾ ਆਪਾਂ ਕਿਸੇ ਸ਼ਾਪ ਤੇ ਜਾਂਦੇ ਆ ਨਾ ਤੁਹਾਨੂੰ ਦੁਕਾਨਦਾਰ ਇੰਨਾ ਕੁ ਜ਼ਿਆਦਾ ਉਹ ਕਰ ਦਿੰਦੇ ਨੇ ਮਾਈਂਡ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਇੰਨਾ ਤਾਂ 19-21 ਦਾ ਫਰਕ ਚੱਲਦਾ ਹੀ ਹੈ ਜੀ ਇੰਨਾ ਤਾਂ ਚੱਲਦਾ ਹੀ ਹੈ ਜੀ। ਮਤਲਬ ਉਹ ਪੂਰੀ ਵਾਹ ਲਾ ਦਿੰਦੇ ਆ ਕਿ ਕੱਪੜਾ ਕਿਸੇ ਤਰੀਕੇ ਦੇ ਨਾਲ ਸ਼ਾਪ ਤੋਂ ਬਾਹਰ ਚਲਿਆ ਜਾਏ। ਤੇ ਇੱਕ ਹੋਰ ਗੱਲ ਮੈਨੂੰ ਇੱਥੋਂ ਨਾਲੇ ਹੀ ਆਈ ਯਾਦ ਕਿ ਨਾ ਇੱਕ ਵਾਰੀ ਜਦੋਂ ਅਸੀਂ ਇਦਾਂ ਸਮਾਨ ਲੈਂਦੇ ਆ ਨਾ ਕਿਤੋਂ ਤੇ ਸਾਨੂੰ ਕੱਪੜੇ ਨੂੰ ਵੇਚਣ ਦੇ ਲਈ ਅਗਲਾ ਬਹੁਤ ਜ਼ੋਰ ਲਗਾ ਦਿੰਦਾ ਕਿ ਲੈ ਲਓ ਭੈਣ ਜੀ ਆਹੀ ਰੰਗ ਹੈ। ਨਾਲੇ ਕੋਈ ਦੂਜਾ ਕਸਟਮਰ ਆਏਗਾ ਨਾ ਤੇ ਉਹ ਕਸਟਮਰ ਨੂੰ ਇੱਕ ਵਾਰੀ ਕਹੇਗਾ ਆਹ ਰੰਗ ਉਹ ਕਸਟਮਰ ਮੰਨ ਜਾਏਗਾ ਕਹੇਗਾ ਦੇਖਿਆ ਭੈਣ ਜੀ ਨਾਲ ਦੇ ਭੈਣ ਜੀ ਤਾਂ ਮੰਨ ਗਏ ਦੇਖ ਲੈ ਜਾਓ ਤੁਸੀਂ ਲੈ ਜਾਓ। ਫਿਰ ਉਸ ਤੋਂ ਬਾਅਦ ਅਗਲੀ ਨਾਲ ਦੇ ਨੂੰ ਲੱਗਦਾ ਯਾਰ ਨਹੀਂ ਸ਼ਾਇਦ ਮੈਂ ਹੀ ਸ਼ਾਇਦ ਬੇਵਕੂਫ ਆਈ ਜਿਹਨੂੰ ਮੈਨੂੰ ਪਤਾ ਨਹੀਂ ਲੱਗਾ ਨਾਲ ਦਾ ਬੰਦਾ ਤੇ ਇੱਕ ਵਾਰੀ ਚੱਕ ਲੈ ਵੀ ਗਿਆ। ਸੋ ਕਈ ਵਾਰ ਇਸ ਤਰੀਕੇ ਨਾਲ ਵੀ ਹੋ ਜਾਂਦਾ ਸਾਡੇ ਬਹੁਤ ਵਾਰੀ। ਇੱਕ ਚੀਜ਼ ਹੋਰ ਹੁੰਦੀ ਹੈ ਬਹੁਤ ਸਾਰੇ ਸ਼ਾਪਕੀਪਰਸ ਨੂੰ ਮੈਂ ਇਹ ਕੰਮ ਕਰਦਿਆਂ ਦੇਖਿਆ ਹੋਇਆ। ਮੈਂ ਨਾ ਕਈ ਵਾਰੀ ਦੱਸਦੀ ਨਹੀਂ ਕਿ ਮੈਨੂੰ ਕੱਪੜੇ ਦੀ ਪਹਿਚਾਣ ਆ। ਮੈਂ ਕਦੇ ਕਿਸੇ ਦੁਕਾਨਦਾਰ ਨੂੰ ਹਲੇ ਹਾਲਾਂਕਿ ਅੱਜ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਏ ਵੈਰੀ ਰੇਅਰ ਮੈਂ ਕਿਸੇ ਨੂੰ ਦੱਸ ਦਿਆਂ। ਅਣਜਾਣ ਜੇ ਬਣ ਕੇ ਖੜੇ ਹੋ ਜਾਓ ਦੁਕਾਨ ਤੇ ਕਈ ਵਾਰੀ ਨਾ ਉਹ ਬ੍ਰੋਕੇਡ ਹੁੰਦੀ ਵੀ ਨਹੀਂ ਆ ਉਹਨੂੰ ਬ੍ਰੋਕੇਡ ਕਹੀ ਜਾਣਗੇ। ਕਈ ਵਾਰੀ ਉਹ ਸਿਲਕ ਹੁੰਦੀ ਵੀ ਨਹੀਂ ਆ ਉਹਨੂੰ ਸਿਲਕ ਕਹੀ ਜਾਣਗੇ ਹਨਾ। ਸੋ ਕਈ ਵਾਰੀ ਜੇ ਅਸੀਂ ਕਿਤੇ ਕਹਿ ਦਈਏ ਹਾਂ ਉਦਾਹਰਣ ਦੇ ਤੌਰ ਤੇ ਕਿ ਇਹ ਕੋਟਾ ਕਾਟਨ ਆ ਉਹ ਨਹੀਂ ਭੈਣ ਜੀ ਇਹ ਤਾਂ ਇਦਾਂ ਆ ਹਨਾ ਇਦਾਂ ਦੇ ਤਾਂ ਕਿੰਨੇ ਆਉਂਦੇ ਆ ਸਾਨੂੰ ਤਾਂ ਫਰਕ ਨਹੀਂ ਪਤਾ ਹੁੰਦਾ। ਫਿਰ ਜਦੋਂ ਤੁਸੀਂ ਅਣਜਾਣ ਬਣ ਕੇ ਉਹ ਤੁਹਾਨੂੰ ਕਿਆ ਬੇਵਕੂਫ ਕਈ ਬਣਾਉਂਦੇ ਨੇ। ਮੈਂ ਸਾਰਿਆਂ ਨੂੰ ਨਹੀਂ ਕਹਿ ਸਕਦੀ ਪਰ ਤੁਸੀਂ ਚੁੱਪ ਕਰਕੇ ਲੱਗੇ ਰਹਿੰਦੇ ਹੋ ਹਨਾ। ਉੱਥੋਂ ਪਤਾ ਲੱਗ ਜਾਂਦਾ ਕਿ ਸ਼ਾਪਕੀਪਰ ਦਾ ਮਾਈਂਡ ਕੀ ਆ। ਸੋ ਬੀਇੰਗ ਅ ਕਸਟਮਰ ਜਦੋਂ ਅਸੀਂ ਵੀ ਕੱਪੜਾ ਖਰੀਦਣ ਜਾਂਦੇ ਆ ਸਾਨੂੰ ਵੀ ਥੋੜਾ ਕਿ ਇਸ ਚੀਜ਼ ਦੇ ਨਾਲ ਕਰਨਾ ਚਾਹੀਦਾ ਕਿ ਸ਼ਾਪਕੀਪਰ ਵੀ ਸਾਡਾ ਮਾਈਂਡ ਨਾ ਪੜ ਸਕੇ। ਅਸੀਂ ਤਾਂ ਉੱਥੇ ਖਲਾਰਾ ਪਾ ਕੇ ਵਜੇ ਦਾ ਆਹ ਸੂਟ ਪਹਿਲਾਂ ਹੀ ਅਗਲੇ ਨੂੰ ਦੱਸਣ ਲੱਗ ਜਾਂਦਾ ਆਹ ਪਸੰਦ ਆ ਫਿਰ ਉਹਦੇ ਨਾਲ ਦੇ ਉਹ ਰੇਟ ਚੱਕਣ ਲੱਗ ਜਾਂਦੇ ਆ ਮਾਈਂਡ ਸੈੱਟ ਹੋ ਜਾਂਦਾ। ਤੇ ਰੇਟ ਨੂੰ ਲੈ ਕੇ ਬਹੁਤ ਕਰਦੇ ਕਿ ਪਹਿਲਾਂ ਤਾਂ ਦੇਖਦੇ ਬੰਦਾ NRI ਤਾਂ ਨਹੀਂ ਹੈਗਾ। ਬਿਲਕੁਲ ਇਹ ਤਾਂ NRI ਬੰਦਾ ਉਹਨਾਂ ਕੋਲ ਆ ਗਿਆ ਉਹ ਤਾਂ ਫਿਰ ਉਹਨਾਂ ਦੀ ਲੋਟਰੀ ਪੱਕੀ ਹੈ। ਉਹਨਾਂ ਨੇ ਸ਼ੁਰੂਆਤ ਹੀ ਕਰਨੀ ਹੈ ਜਿੱਦਾਂ 5 6 7 ਹਜ਼ਾਰ ਉਹ ਤੋਂ ਘੱਟ ਉਹਨਾਂ ਕੋਲ ਸੂਟ ਨਹੀਂ ਹੋਣੇ। ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਇਹ ਬਾਜ਼ਾਰ ਮਹਿੰਗੇ ਕੀਤੇ ਆ। ਖਾਸ ਤੌਰ ਤੇ ਜਲੰਧਰ ਅੰਮ੍ਰਿਤਸਰ ਦਾ ਲੁਧਿਆਣੇ ਦਾ ਬਾਜ਼ਾਰ ਤਾਂ NRIs ਨੇ ਹੀ ਮਹਿੰਗਾ ਕੀਤਾ ਆ ਜਿਸ ਨੂੰ ਭੁਗਤਦੇ ਕੌਣ ਪਏ ਆ ਜਿਹੜੇ ਪੰਜਾਬ 'ਚ ਰਹਿੰਦੇ ਆ ਆਮ ਜਨਤਾ ਭੁਗਤ ਰਹੀ ਆ। ਤੇ ਨਾ ਗਲਤ ਗੱਲ ਹੀ ਹੈ ਨਾ ਵੀ ਅਸੀਂ ਜਦੋਂ ਜਾਂਦੇ ਸਾਨੂੰ ਵੀ ਉਹੀ ਰੇਟ ਸੁਣਨ ਨੂੰ ਮਿਲਦਾ ਫਿਰ ਅਸੀਂ ਨਹੀਂ ਖਰੀਦ ਪਾਉਂਦੇ ਕਈ ਵਾਰ। ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਬੇਵਕੂਫ ਬਣਾਇਆ ਜਾਂਦਾ ਹੈ। ਕਈ ਵਾਰ ਤਾਂ ਰੰਗ ਦਾ ਹੀ ਫਰਕ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਰੰਗ ਨੂੰ ਹੀ ਗਲਤ ਕਹਿ ਦਿੰਦੇ ਆ ਕਿ ਨਹੀਂ ਜੀ ਆਹੀ ਰੰਗ ਹੈ
ਉਤੋਂ ਛੱਡੋ ਨਵਾਂ ਟ੍ਰੈਂਡ ਉਹਨਾਂ ਨੇ ਤਰੀਕਾ ਅਪਣਾਇਆ ਹੈ ਨਾ। ਮੈਂ ਇੱਕ ਵਾਰੀ ਮਾਰਕੀਟ 'ਚ ਇੱਦਾਂ ਹੀ ਗਈ ਸੀ ਤੇ ਉਹਦੇ ਵਿੱਚ ਨਾ ਸੂਟ ਵਗੈਰਾ ਲੱਗੇ ਹੋਏ ਸੀ ਤੇ ਦੁਕਾਨਦਾਰ ਦਾ ਕੀ ਕਹਿਣਾ ਸੀ ਕਿ ਇੱਥੋਂ ਸੂਟ ਲੈ ਕੇ ਜਾਓ, ਇੱਥੇ ਦੇ ਸੂਟ ਟੀਵੀ ਦੇ ਕਲਾਕਾਰ ਪਾਉਂਦੇ ਆ ਜੀ, ਸ਼ਹਿਨਾਜ਼ ਗਿੱਲ ਪਾਉਂਦੀ ਹੈ, ਬਿਗ ਬੌਸ 'ਚ ਉਹ ਐਕਟਰਸ ਆਉਂਦੀ ਉਹ ਪਾਉਂਦੀ ਹੈ, ਜਾ ਕੇ ਲੋਕੀ ਇੱਧਰ ਨੂੰ ਆਉਣ ਸਾਡੇ ਵਾਲੇ ਪਾਸੇ, ਚਾਹੇ ਬੇਵਕੂਫੀ ਬਣਾਉਂਦੇ ਹੋਣ, ਕੀ ਪਤਾ ਹੁਣ ਸੱਚੀ ਉਧਰ ਸ਼ਹਿਨਾਜ਼ ਗਿੱਲ ਹੋ ਗਈ ਜਾਂ ਕੋਈ ਹੋਰ ਐਕਟਰ ਲਗਾ ਲਓ, ਸਪੈਸ਼ਲੀ ਜੋਤੀ ਚੌਂਗਾ ਕੇ ਜਾਂ ਫਿਰ ਮਾਰਕੀਟ। ਮੈਨੂੰ ਤਾਂ ਇਸ ਗੱਲ ਤੇ ਇੰਨੀ ਖਿਜ ਚੜਦੀ ਹੈ ਨਾ ਜਦੋਂ ਮੈਨੂੰ ਕੋਈ ਕਹਿੰਦਾ ਕਿ ਤੁਸੀਂ ਦੇਖੋ ਜੀ ਆਹ ਸੂਟ ਫਲਾਨੀ ਹੀਰੋਇਨ ਨੇ ਪਾਇਆ ਸੀ, ਅਸੀਂ ਕੀ ਕਰੀਏ ਜੇ ਕਿਸੇ ਹੀਰੋਇਨ ਨੇ ਕੋਈ ਸੂਟ ਪਾਇਆ ਸੀ, ਅਸੀਂ ਕੀ ਲੈਣਾ ਦੇਣਾ ਜੇ ਕਿਸੇ ਸੈਲੀਬ੍ਰਿਟੀ ਨੇ ਉਦਾਂ ਦਾ ਸੂਟ ਪਾਇਆ ਸੀ, ਸਾਨੂੰ ਤਾਂ ਆਪਣੇ ਹਿਸਾਬ ਦੇ ਨਾਲ ਕੱਪੜੇ ਪਾਉਣੇ ਆ ਨਾ। ਐਕਚੁਅਲੀ ਪਤਾ ਕੀ ਹੁੰਦਾ ਹੈ, ਮੈਨੂੰ ਇਦਾਂ ਲੱਗਦਾ ਹੁੰਦਾ ਹੈ ਜਦੋਂ ਤੁਹਾਨੂੰ ਜ਼ਿੰਦਗੀ 'ਚ ਕੋਈ ਬੇਵਕੂਫ ਬਣਾ ਰਿਹਾ, ਤੁਹਾਨੂੰ ਪਤਾ ਹੈ ਕਿ ਤੁਹਾਨੂੰ ਬੇਵਕੂਫ ਬਣਾ ਰਿਹਾ, ਤੁਸੀਂ ਚੁੱਪ ਕਰਕੇ ਬੇਵਕੂਫ ਬਣਦੇ ਰਹੋ ਤੇ ਬੇਵਕੂਫ ਬਣਾਉਣ ਵਾਲੇ ਦੀ ਬੇਵਕੂਫੀ ਦਾ ਤਮਾਸ਼ਾ ਦੇਖੋ, ਉਸਦੀ ਹੱਦ ਦੇਖੋ, ਚਾਹੇ ਉਹ ਕਿਸੇ ਵੀ ਖੇਤਰ 'ਚ ਹੋਵੇ। ਕਈ ਲੋਕ ਨਾਲ ਦੇ ਇਦਾਂ ਦੇ ਹੁੰਦੇ ਆ ਕਿ ਤੁਹਾਨੂੰ ਬਹੁਤ ਵਾਰੀ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਤੇ ਤੁਸੀਂ ਆਪਣੀ ਜੌਬ 'ਚ ਕੁਝ ਵਧੀਆ ਨਾ ਕਰ ਲਓ, ਹਨਾ। ਮੈਨੂੰ ਹੁੰਦਾ ਕਿ ਤਮਾਸ਼ਾ ਦੇਖ, ਲੋਕੀ ਕਹਿੰਦੇ ਨਾ ਪੈਸਾ ਫੇਕ ਤਮਾਸ਼ਾ ਦੇਖ, ਮੈਂ ਕਹਿੰਦੀ ਨਹੀਂ, ਚੁੱਪ ਰਹਿ ਔਰ ਤਮਾਸ਼ਾ ਦੇਖ, ਆਪਣਾ ਅੱਛਾ ਕਰ। ਕਈ ਵਾਰੀ ਲੋਕ ਜਾਣ ਕੇ ਤੁਹਾਡੇ ਨਾਲ ਗਲਤ ਇਦਾਂ ਦੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਜੋ ਤੁਸੀਂ ਤਰੱਕੀ ਨਾ ਕਰ ਸਕੋ, ਹਨਾ। ਕਈ ਵਾਰੀ ਇਦਾਂ ਦੀਆਂ ਉਦਾਹਰਨਾਂ ਲਾਈਫ ਦੇ ਵਿੱਚ ਮਿਲਦੀਆਂ ਨੇ, ਲਾਈਵ ਬਹੁਤ ਹਰਟ ਵੀ ਕਰਦੀਆਂ ਨੇ ਕਿ ਤੁਹਾਡੇ ਨਾਲ ਇਹ ਚੀਜ਼ ਹੁੰਦੀ ਹੈ ਜਦੋਂ, ਹਨਾ, ਕਿ ਤੁਸੀਂ ਸਾਹਮਣੇ ਵਾਲੇ ਨਾਲ ਕਈ ਵਾਰ ਇੰਨਾ ਪਿਆਰ ਕਰਦੇ ਹੋ, ਉਸਦੇ ਨਾਲ ਇੰਨੀ ਮੁਹੱਬਤ ਕਰਦੇ ਹੋ, ਪਰ ਪ੍ਰੋਬਲਮ ਕਿੱਥੇ ਹੁੰਦੀ ਹੈ ਕਿ ਤੁਸੀਂ ਬਿੰਦਾਸ ਹੁੰਦੇ ਹੋ, ਦਿਲ ਦੇ ਸਾਫ਼ ਹੁੰਦੇ ਹੋ, ਤੁਸੀਂ ਅਗਲੇ ਨੂੰ ਸਾਰੀ ਗੱਲ ਦੱਸ ਦਿੰਦੇ ਹੋ ਤੇ ਸਾਹਮਣੇ ਵਾਲਾ ਤੁਹਾਨੂੰ ਰੱਜ ਕੇ ਬੇਵਕੂਫ ਬਣਾ ਜਾਂਦਾ। ਫਿਰ ਮੈਂ ਕਹਿੰਦੀ ਨਹੀਂ, ਚੁੱਪ ਕਰਕੇ ਬੇਵਕੂਫ ਬਣੋ। ਸੋ ਇਹ ਤਾਂ ਆਪਾਂ ਪਹਿਲਾਂ ਕੱਪੜਿਆਂ ਦੀ ਗੱਲ ਕੀਤੀ ਨਾ, ਤਾਂ ਤੁਸੀਂ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਕਿ ਸਾਡੇ ਆਸ-ਪਾਸ ਹੀ ਬਹੁਤ ਸਾਰੇ ਲੋਕ ਹੁੰਦੇ, ਇਹ ਵੀ ਗੱਲ ਬਿਲਕੁਲ ਸੱਚ ਹੈ, ਆਸ-ਪਾਸ ਹੀ ਸਭ ਤੋਂ ਜ਼ਿਆਦਾ ਲੋਕ ਹੁੰਦੇ ਆ। ਤਾਂ ਹੁਣ ਆਪਾਂ ਮੇਕਅਪ ਤੇ ਵੀ ਆ ਜਾਂਦੇ ਆ, ਤਾਂ ਕੁੜੀਆਂ ਦਾ ਸਭ ਤੋਂ ਮਨਪਸੰਦ ਦਾ ਮੇਕਅਪ ਹੁੰਦਾ ਹੈ। ਤਾਂ ਜਦੋਂ ਕੁੜੀਆਂ ਮੇਕਅਪ ਲੈਣ ਜਾਂਦੀਆਂ ਮੇਕਅਪ ਦੀ ਦੁਕਾਨ ਦੇ ਉੱਤੇ, ਉਦੋਂ ਜਦੋਂ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਔਰ ਉਦੋਂ ਜੋ ਉਹਨਾਂ ਨੂੰ ਭਰਮਾਇਆ ਜਾਂਦਾ ਹੈ ਕਿ ਉਹ ਮੈਡਮ ਆਹ ਲਓ ਜੀ, ਆਹ ਬ੍ਰਾਂਡ ਚੱਲ ਰਿਹਾ, ਮੈਡਮ ਆਹ ਲਿਪ ਸ਼ੇਡ ਦੇਖੋ ਤੁਹਾਡੇ ਤੇ ਤਾਂ ਬੜਾ ਹੀ ਜੱਚੇਗਾ, ਕਲਾਸੀ ਹੈ ਮੈਡਮ, ਕਲਾਸੀ ਹੈ। ਮਤਲਬ ਇੰਨਾ ਤੁਹਾਨੂੰ ਕਲਾਸੀ ਕਹਿ ਕੇ ਤੁਹਾਨੂੰ ਪੂਰਾ ਪੱਕਾ ਕਰ ਦੇਣਗੇ, ਤੁਹਾਡਾ ਪੱਕਾ ਮਨ ਬਣ ਜਾਏਗਾ ਕਿ ਯਾਰ ਨਹੀਂ, ਇਹ ਮੈਂ ਲੈ ਕੇ ਜਾਣੇ, ਜੇ ਇਹਨਾਂ ਨੇ ਕਹਿਤਾ ਵਧੀਆ ਤੇ ਸੋ ਵਧੀਆ ਹੀ ਹੈ। ਮੈਂ ਤਾਂ ਇੱਕ ਗੱਲ ਕਹਿੰਦੀ ਆ, ਮੈਨੂੰ ਇੰਨੀ ਇਰੀਟੇਸ਼ਨ ਹੁੰਦੀ ਹੈ ਨਾ ਕੁਝ ਵੀ ਬਾਏ ਕਰਨ ਗਿਆ ਨੂੰ, ਕਿ ਸਾਨੂੰ ਪਤਾ ਹੈ ਨਾ ਅਸੀਂ ਕਿਹੜਾ ਆਈ ਸ਼ੈਡੋ ਬਾਏ ਕਰਨਾ, ਅਸੀਂ ਕਿਹੜਾ ਲਿਪ ਸ਼ੇਡ ਬਾਏ ਕਰਨਾ, ਫਿਰ ਜਦੋਂ ਕਹਿਣਗੇ ਤੁਹਾਡੇ ਕੋਲ ਆ ਸਕਿਨ ਪ੍ਰੋਡਕਟ ਹੈਗਾ, ਤੁਹਾਡੇ ਕੋਲ ਆ ਵੀ ਹੈਗਾ, ਫਿਰ ਨਾ ਕਈ ਵਾਰੀ ਕਸਟਮਰ ਇਰੀਟੇਟ ਹੋ ਜਾਂਦਾ। ਇਹ ਚੀਜ਼ ਸ਼ਾਪਕੀਪਰ ਨੂੰ ਸਮਝਣੀ ਪਏਗੀ ਕਿ ਜਦੋਂ ਜਿਹੜੀ ਚੀਜ਼ ਉਹ ਲੈਣ ਗਿਆ ਤੋਂ ਇਲਾਵਾ ਹੋ ਸਕਦਾ ਹੈ ਕਿ ਕੁਝ ਕਸਟਮਰ ਤੁਹਾਡੇ ਬਹਿਕਾਵੇ ਚ ਆ ਕੇ ਜਾਂ ਤੁਹਾਡੇ ਪ੍ਰੈਸ਼ਰਾਈਜ਼ਡ ਕਰਨ ਦੇ ਨਾਲ ਹੋਰ ਸਮਾਨ ਲੈ ਜਾਣ। ਦੁਕਾਨਦਾਰ ਦਾ ਵੀ ਚਲੋ ਮੰਨਿਆ ਫਰਜ਼ ਹੈ ਕਿ ਉਹਨਾਂ ਨੇ ਵੀ ਆਪਣੀਆਂ ਚੀਜ਼ਾਂ ਸੇਲ ਕਰਨੀਆਂ, ਪਰ ਕਿ ਇਰੀਟੇਟ ਕਰ ਦਿੰਦੇ, ਸਕਿਨ ਦੇ ਕੀ ਲਈ ਯੂਜ਼ ਕਰਨਾ, ਆਹ ਕਿੱਦਾਂ ਯੂਜ਼ ਕਰਨਾ, ਤੁਸੀਂ ਆਹ ਕਰਕੇ ਦੇਖੋ, ਤੁਸੀਂ ਆਹ ਕਰਕੇ ਦੇਖੋ। ਉਹ ਚੀਜ਼ਾਂ ਨਾ ਕਸਟਮਰ ਨੂੰ ਸੱਚਮੁੱਚ ਇਰੀਟੇਟ ਕਰਦੀਆਂ ਨੇ, ਮੈਨੂੰ ਤਾਂ ਬਹੁਤ ਕਰਦੀਆਂ, ਮੈਨੂੰ ਕਿਸੇ ਦਾ ਨਹੀਂ ਪਤਾ। ਕਈ ਵਾਰੀ ਹੁੰਦਾ ਮੈਂ ਗਈ ਸ਼ਾਪ ਤੇ, ਮੈਂ ਕਿਹਾ ਆਹ ਚੀਜ਼ ਦਿਖਾ ਦਿਓ, ਹਨਾ, ਫੋਰ ਐਗਜ਼ਾਮਪਲ ਚਲੋ ਤੁਸੀਂ ਕੋਈ ਲਿਪ ਸ਼ੇਡ ਦਿਖਾ ਦਿਓ, ਫਿਰ ਜਦੋਂ ਕਹਿੰਦੇ ਨੇ ਅੱਛਾ ਆਪ ਪ੍ਰਾਈਮਰ ਕੌਨ ਸਾ ਯੂਜ਼ ਕਰਤੇ ਹੋ, ਹਨਾ, ਤੁਸੀਂ ਮੋਇਸਚਰਾਈਜ਼ਰ ਕਿਹੜਾ ਯੂਜ਼ ਕਰਦੇ ਹੋ, ਭਾਈ ਤੈਨੂੰ ਕੀ, ਮੈਂ ਜਿਹੜਾ ਮਰਜ਼ੀ ਲਾਵਾਂ, ਮੈਂ ਚਾਹੇ ਨਾ ਲਾਵਾਂ, ਕਿਉਂਕਿ ਤੁਸੀਂ ਤਾਂ ਆਪਣੀ ਸਕਿਨ ਦੇ ਅਕੋਰਡਿੰਗ ਲਗਾਉਣਾ ਹੈ ਨਾ, ਤੇ ਉਹਨਾਂ ਨੂੰ ਆਪਣੇ ਸਮਾਨ ਵੇਚਣ ਦੀ ਪਈ ਹੁੰਦੀ ਹੈ ਕਿ ਆਪਾਂ ਕਿਸੇ ਤਰੀਕੇ ਸਮਾਨ ਵੇਚਦੀ ਹੈ। ਇਦਾਂ ਕਸਟਮਰ ਇਰੀਟੇਟ ਹੁੰਦੇ ਨੇ। ਇੱਕ ਹੋਰ ਗੱਲ ਵੀ ਹੈ ਕਿ ਜਿੱਦਾਂ ਆਪਾਂ ਦੋਨੋਂ ਗਏ ਮਾਰਕੀਟ, ਹੈ ਨਾ, ਤੇ ਆਪਾਂ ਦੋਨੋਂ ਇੱਕ ਦੂਜੇ ਡਿਸਕਸ ਕਰ ਰਹੇ ਆ, ਉਹਨਾਂ ਨੇ ਗੱਲ ਸੁਣ ਲੈਣੀ ਸਾਡੀ, ਆਪਾਂ ਕੀ ਡਿਸਕਸ ਕਰ ਰਹੇ ਆ। ਜਸਟ ਸਾਨੂੰ ਚੀਜ਼ ਨਾ ਵੀ ਚਾਹੀਦੀ ਹੋਵੇ, ਆਪਾਂ ਉਦਾਂ ਹੀ ਕਹਿ ਦਿੱਤਾ ਕਿ ਜੀ ਲਾਈਨਰ ਦੇਖ ਲਈਏ ਨਾ, ਲਾਈਨਰ, ਬਸ ਇੰਨੀ ਗੱਲ ਕਹਿਣੀ ਹੈ। ਉਹਨਾਂ ਨੇ ਲਾਈਨਰ ਇਕੱਠੇ ਕਰ ਦੇਣੇ ਸਾਹਮਣੇ ਕਿ ਮੈਡਮ ਆਹ ਲਾਈਨਰ ਲਓ, ਆਹ ਵਾਲਾ ਲਓ, ਦੇਖੋ ਕਿੰਨਾ ਵਧੀਆ ਹੈ, ਤੁਸੀਂ ਲਾਈਨਰ ਲੈ ਲਓ, ਸਸਤਾ ਲੈ ਲਓ। ਅੱਛਾ ਉਹੀ ਚੀਜ਼ ਪਹਿਲਾਂ 1000 ਦੀ ਹੋਏਗੀ, ਹੌਲੀ ਹੌਲੀ 500 ਦੀ ਹੋਏਗੀ, ਹੌਲੀ ਹੌਲੀ 500 ਤੋਂ ਵੀ ਘਟ ਜਾਂਦੀ ਹੈ। ਇਸ ਤਰੀਕੇ ਦਾ ਬੇਵਕੂਫ ਵੀ ਬਣਾਇਆ ਜਾਂਦਾ ਕਿ ਜੇ ਕਸਟਮਰ 1000 ਚ ਮੰਨ ਗਿਆ ਤੇ ਇਟਸ ਓਕੇ, ਅਗਰ ਨਹੀਂ ਮੰਨਿਆ ਤੇ ਚਲੋ ਜੀ ਥੋੜਾ ਘਟਾ ਦਿੰਦੇ ਆ। ਸਾਡੇ ਮੇਰੇ ਨਾਲ ਏਦਾਂ ਨਾ ਜੁੱਤੀਆਂ ਲੈਣ ਦੇ ਟਾਈਮ ਤੇ ਹੋਇਆ ਸੀ ਕਿ ਇੱਕ ਵਾਰੀ ਮੈਂ ਜੁੱਤੀਆਂ ਲੈਣ ਗਈ ਔਰ ਸਭ ਤੋਂ ਪਹਿਲਾਂ ਪ੍ਰਾਈਸ ਉਹਨੇ ਜਿਹੜਾ ਦੱਸਿਆ ਸੀ ਨਾ, 1500 ਰੁਪਇਆ ਦੱਸਿਆ ਸੀ, ਤੇ ਮੈਂ ਕਿਸੇ ਨੂੰ ਦਵਾਣੀ ਸੀ, ਕੋਈ ਸਾਡੇ ਸ਼ਹਿਰ ਚ ਆਇਆ ਸੀ, ਮੈਂ ਕਿਹਾ ਚਲੋ ਕੋਈ ਨਹੀਂ ਦਵਾ ਦਿੰਦੇ ਆ ਨਾ। ਤੇ ਹੌਲੀ ਹੌਲੀ ਵੀ ਜਿੱਦਾਂ ਕਰਕੇ ਨਹੀਂ ਗਿਆ, ਨਹੀਂ ਥੋੜਾ ਜਿਹਾ ਨੋਰਮਲ ਜੀ ਚਾਹੀਦੀ ਸਾਨੂੰ, ਤਾਂ ਇਹਦਾ ਹਾਈਫਾਈ ਚਾਹੀਦਾ ਵੀ ਨਹੀਂ। ਕਹਿੰਦੇ ਨਹੀਂ ਠੀਕ ਹੈ, ਉਹਨੂੰ ਕਰਦੇ ਕਰਦੇ 1000 ਤੱਕ ਪਹੁੰਚੇ। ਤੇ ਇੱਦਾਂ ਯਕੀਨ ਮੰਨਿਓ ਕਿ ਐਂਡ ਤੇ ਉਹ ਕਿੱਥੇ ਮੰਨਿਆ, 650 ਦੇ ਆ ਕੇ, ਉਹ 1500 ਤੋਂ ਕਿਤੇ 650। ਇਟ ਮੀਨਸ ਕਿ ਉਹ ਪਹਿਲਾਂ ਹੀ ਸਸਤਾ ਸੀ ਜਿਸ ਨੂੰ ਤੁਸੀਂ ਇੰਨਾ ਹਾਈ ਰੇਟ ਤੇ ਵੇਚ ਰਹੇ ਹੋ।
ਇਹ ਇਸ ਤਰ੍ਹਾਂ ਵੀ ਬੇਵਕੂਫ ਬਣਾਇਆ ਜਾਂਦਾ। ਸੋ ਮੇਰਾ ਪਤਾ ਕੀ ਮੰਨਣਾ ਹੈ ਕਿ ਥੋੜੀ ਦੇਰ ਵੇਟ ਕਰਕੇ ਉਹਨੂੰ ਥੋੜੀ ਬਹਿਸਬਾਜ਼ੀ ਕਰਕੇ ਨਾ ਰੇਟ ਘਟਾ ਕੇ ਹੀ ਆਓ। ਜਦੋਂ ਕਹਿੰਦੇ ਆ ਨਾ ਕਿ ਨਹੀਂ ਜੀ ਨਹੀਂ ਕੁਆਲਿਟੀ ਦਾ ਵੀ ਫਰਕ ਹੁੰਦਾ, ਮੈਂ ਤੁਹਾਨੂੰ ਕਿਹਾ ਆਪਾਂ ਚੁੱਪ ਕਰਕੇ मजा आता है जब कोई बेवकूफ बनाता है कि सामने वाले की बेवकूफी समझ आती है ना कि नहीं नहीं बहुत फर्क है जी, वो होर चीज है। ਇਦਾਂ ਹੀ ਨਾ ਮਾਰਕੀਟ ਦੇ ਵਿੱਚ ਲੋਹੇ ਦੀ ਕੜਾਈ ਲੈਣ ਗਏ, ਸੇਮ ਕੁਆਲਿਟੀ ਦੀ ਕੜਾਈ ਕਿਸੇ ਦੁਕਾਨਦਾਰ ਨੇ ਜਿਹੜੇ ਸਸਤੇ ਪ੍ਰਾਈਸ ਤੇ ਦੱਸੀ ਪਰ ਉਹ ਸਾਈਜ਼ ਨਹੀਂ ਮਿਲਿਆ ਹਨਾ, ਤੇ ਦੂਸਰੇ ਤੇ ਗਏ ਤੇ ਉਹ ਹੋਰ ਦੱਸੀ, ਤੇ ਦੁਕਾਨਦਾਰ ਨੂੰ ਜਦੋਂ ਅਸੀਂ ਕਿਹਾ ਸੇਮ ਕੁਆਲਿਟੀ ਦੀ ਕੜਾਈ ਪਿਛਲੀ ਦੁਕਾਨ ਤੇ ਐਨੇ ਦੀ ਸੀ, ਤਾਂ ਉਹ ਕਹਿੰਦੇ ਹੁੰਦੇ ਨਾ ਮਾਰਕੀਟ 'ਚ ਨਾ ਦੱਸਿਓ ਅਸੀਂ ਐਨੇ ਦੀ ਚੀਜ਼ ਵੇਚੀ ਆ, ਕਿਸੇ ਨੂੰ ਦੱਸਿਓ ਨਾ ਅਸੀਂ ਤੁਹਾਨੂੰ ਘੱਟ ਦੇ ਦਿੱਤੀ, ਕਿਉਂਕਿ ਮਾਰਕੀਟ 'ਚ ਵੀ ਰੌਲਾ ਪੈ ਜਾਂਦਾ, ਸ਼ਾਪਕੀਪਰਸ ਨੇ ਵੀ ਚਲੋ ਕਮਾਈ ਤਾਂ ਕਰਨੀ ਆ ਨਾ, ਅਗਲਿਆਂ ਦੇ ਦੁਕਾਨਾਂ ਦੇ ਖਰਚੇ, ਲੇਬਰ ਦਾ ਖਰਚਾ, ਕਿੰਨੀ ਮਿਹਨਤ ਤੋਂ ਦਿਨ ਰਾਤ ਕਰਦੇ ਨੇ, ਕਿੱਥੋਂ ਕਿੱਥੋਂ ਸਮਾਨ ਲਿਆਉਂਦੇ ਲਿਆ ਕੇ ਵੇਚਦੇ, ਮਿਹਨਤ ਬਹੁਤ ਹੈ ਉਹਨਾਂ ਦੀ, ਮੈਂ ਇਹ ਨਹੀਂ ਕਹਿੰਦੀ, ਪਰ ਤੁਹਾਨੂੰ ਇੱਕ ਤਰੀਕਾ ਦੱਸਦੀ ਚੀਜ਼ ਸੇਲ ਕਰਨ ਦਾ। ਕਹਿੰਦੇ ਭਾਜੀ ਸਾਨੂੰ ਆਪ ਨੂੰ ਚੇਤਾ ਭੁੱਲ ਜਾਂਦਾ, ਹਲੇ ਅਸੀਂ ਕੜਾਈਆਂ ਦਾ ਕੰਮ ਕਰਦੇ ਆ, ਜਦੋਂ ਲੈਣ ਜਾਈਦਾ ਉੱਥੇ ਇੰਨੇ ਤਰੀਕੇ ਦਾ ਮਟੀਰੀਅਲ ਹੁੰਦਾ, ਸਾਨੂੰ ਹੀ ਨਹੀਂ ਕਈ ਵਾਰੀ ਸਮਝ ਆਉਂਦੀ, ਏਦਾਂ ਹੋ ਜਾਂਦਾ ਕਈ ਵਾਰੀ ਮਟੀਰੀਅਲ ਹੋਰ ਹੁੰਦੇ, ਚਲੋ ਤੁਸੀਂ ਐਨੇ ਦੀ ਲੈ ਜਾਓ। ਸੋ ਪਰ ਮੈਨੂੰ ਏਦਾਂ ਲੱਗਦਾ ਹੁੰਦਾ ਹੈ ਕਿ ਕਈ ਵਾਰ ਨਾ ਅਸੀਂ ਜ਼ਰੂਰਤ ਤੋਂ ਜ਼ਿਆਦਾ ਵੀ ਸ਼ਾਪਕੀਪਰ ਨੂੰ ਤੰਗ ਕਰਦੇ ਆ, ਜਿਹੜੇ ਗਰੀਬ ਜਾਂ ਛੋਟੀਆਂ ਦੁਕਾਨਾਂ ਵਾਲੇ ਸ਼ਾਪਕੀਪਰ ਹੁੰਦੇ, ਮੈਨੂੰ ਉਹਨਾਂ ਲੋਕਾਂ ਤੇ ਇੰਨਾ ਗੁੱਸਾ ਆਉਂਦਾ ਜਿਹੜੇ ਫ੍ਰੀ ਧਨੀਆ ਲੈਂਦੇ ਨੇ ਨਾ, ਇੱਕ ਵੱਡੇ ਸਾਰੇ ਤੁਸੀਂ ਹੋਟਲ ਦੇ ਵਿੱਚ ਜਾ ਕੇ 200-300 ਦੀ ਕਾਫੀ ਪੀ ਲਈ ਹਨਾ, 500-500 ਦਾ ਤੁਸੀਂ ਪੀਜ਼ਾ ਖਾ ਸਕਦੇ ਹੋ, ਧਨੀਆ ਤੁਹਾਨੂੰ ਫ੍ਰੀ ਚਾਹੀਦਾ। ਸੋ ਧਨੀਆ ਮਿਰਚਾਂ ਤਾਂ ਉਹ ਤਾਂ ਸ਼ੁਰੂਆਤ ਇਦਾਂ ਨਾ ਰਿਵਾਜ ਵੈਰੀ ਪੇਨਫੁਲ ਰਿਵਾਜ ਹੋ ਗਿਆ ਹੋਇਆ ਹੈ ਕਿ ਸਬਜ਼ੀ ਦੇ ਨਾਲ ਧਨੀਆ ਔਰ ਮਿਰਚਾਂ ਫ੍ਰੀ ਹੋਣੀਆਂ ਚਾਹੀਦੀਆਂ। ਥੋੜਾ ਜਿਹਾ ਰਿਵਾਜ ਸਬਜ਼ੀ ਵਾਲਿਆਂ ਨੇ ਵੀ ਬਦਲ ਲਿਆ ਹੁਣ, ਪੈਸੇ ਮੰਗ ਲੈਂਦੇ ਅਗਲੇ, ਧਨੀਆ ਮਹਿੰਗਾ ਹੋ ਗਿਆ, ਮਿਰਚਾਂ ਮਹਿੰਗੀਆਂ ਹੋ ਗਈਆਂ। ਉਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਗੱਲ ਕਰ ਰਹੇ ਸੀ ਕਿ ਇਰੀਟੇਟ ਕਰ ਦਿੰਦੇ ਆਪਾਂ ਵੀ ਸ਼ਾਪਕੀਪਰ ਨੂੰ। ਅੱਛਾ ਕਈ ਲੋਕ ਮੈਂ ਏਦਾਂ ਦੇ ਵੀ ਜਾਣਦੀ ਆ ਕਿ ਪੂਰੀ ਦੀ ਪੂਰੀ ਦੁਕਾਨ ਖਾਲੀ ਕਰਾ ਲੈਣਗੇ, ਪੂਰੀ ਦੁਕਾਨ, ਅੱਛਾ ਮੈਨੂੰ ਆਹ ਟੌਪ ਆਹ ਜੀ ਪੂਰਾ ਵਿਚਾਰੇ ਦੇ ਖਲਾਰਾ ਪਾ ਦੇਣਗੇ, ਪੂਰਾ 1-2 ਘੰਟਾ ਸ਼ਾਪਕੀਪਰ ਦਾ ਲਵਾ ਦੇਣਗੇ ਔਰ ਕੱਪੜਾ ਫਿਰ ਵੀ ਕੋਈ ਨਹੀਂ ਲੈਣਗੇ, ਕੋਈ ਵੀ ਨਹੀਂ। ਉਸ ਤੋਂ ਕਰਕੇ ਨਹੀਂ ਪਸੰਦ ਨਹੀਂ ਆਇਆ, ਐਸੇ ਨਖਰੀਲੇ ਇਨਸਾਨ ਮੈਨੂੰ ਤਾਂ ਬਿਲਕੁਲ ਚੰਗੇ ਨਹੀਂ ਲੱਗਦੇ। ਅਗਰ ਅਗਲੇ ਦੀ ਵੀ ਮਿਹਨਤ ਆ, 2 ਘੰਟੇ ਉਹਨੇ ਤੁਹਾਡੇ ਤੇ ਲਾਏ ਆ, ਤੁਹਾਡੀ ਮਨਪਸੰਦ ਸਾਰੇ ਕੱਪੜੇ ਅਗਲੇ ਨੇ ਦਿਖਾਤੇ ਹੈ ਨਾ, ਸਗੋਂ ਦੇਖੋ ਅਗਲੇ ਨੇ ਪਹਿਲਾਂ ਤੈਅ ਵੀ ਮਾਰਨੇ ਹੁੰਦੇ, ਤੈਅ ਕਰਕੇ ਰੱਖੇ ਹੁੰਦੇ, ਦੁਬਾਰਾ ਤੁਸੀਂ ਦੇਖਦੇ ਫਿਰ ਤੈਅ ਮਾਰ ਕੇ ਫਿਰ ਰੱਖਣੇ ਹੁੰਦੇ ਆ ਨਾ, ਦੂਸਰੇ ਨੂੰ ਫਿਰ ਦਿਖਾਣੇ ਹੁੰਦੇ ਆ, ਉਸ ਬੰਦੇ ਦਾ ਤੁਸੀਂ 2 ਘੰਟੇ ਬਰਬਾਦ ਵੀ ਕਰ ਰਹੇ ਹੋ ਔਰ ਕੱਪੜਾ ਵੀ ਕੋਈ ਨਹੀਂ ਲੈ ਰਹੇ ਹੋ, ਇਹ ਥੋੜੀ ਬੁਰੀ ਗੱਲ ਆ। ਬਿਲਕੁਲ ਨਹੀਂ, ਇੱਥੇ ਦੇਖੋ ਮੈਨੂੰ 2 ਚੀਜ਼ਾਂ ਲੱਗਦੀਆਂ ਕਿ ਜਦੋਂ ਤੱਕ ਪਸੰਦ ਨਹੀਂ ਆਉਂਦਾ ਨਹੀਂ ਬਾਏ ਕਰਨਾ ਚਾਹੀਦਾ ਹਨਾ, ਪਰ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਸ਼ਾਪਕੀਪਰ ਦੀਆਂ 4-5 ਤਹਿਾਂ ਤੋਂ ਬਾਅਦ ਪਤਾ ਲੱਗ ਜਾਂਦਾ ਕਿ ਸਾਡੀ ਪਸੰਦ ਦੇ ਇੱਥੇ ਹੈਗੇ ਕਿ ਨਹੀਂ ਹੈਗੇ। ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦੀ ਹੁੰਦੀ ਮੈਨੂੰ ਪੈਕ ਕੀਤੇ ਦਿਖਾ ਦਿਓ, ਮੈਨੂੰ ਨਹੀਂ ਪਸੰਦ ਸ਼ਾਪਕੀਪਰ ਨੂੰ ਤੰਗ ਕਰਨਾ, ਮੈਂ ਪਰਸਨਲੀ ਦੱਸਦੀ ਹਾਂ ਕਿ ਤੁਸੀਂ ਮੈਨੂੰ ਪੈਕਿੰਗ ਹੀ ਦਿਖਾ ਦਿਓ, ਉਹ ਖੁਦ ਕਹਿ ਦੇਣ ਕਿ ਜਦੋਂ ਤੱਕ ਖੋਲਾਂਗੇ ਇੰਨੀ ਚੀਜ਼ ਦਾ ਨਹੀਂ ਪਤਾ ਲੱਗੇਗਾ, ਇਟਸ ਡਿਫਰੈਂਟ ਥਿੰਗ ਹਨਾ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਪਰ ਇੱਕ ਨਾ ਸ਼ੂਜ਼ ਦੀ ਹੁਣ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਸ਼ੂਜ਼ ਦੀ ਸ਼ਾਪ ਤੇ ਜਾਂਦੇ ਹਾਂ, ਜੇ ਪੈਰ ਟਾਈਟ ਲੱਗਦਾ ਆ, ਉਹ ਭੈਣ ਜੀ ਇਹ ਪਾਏ ਤੇ ਖੁੱਲੀ ਹੋ ਜਾਣੀ, ਜੇ ਪੈਰ ਖੁੱਲਾ ਲੱਗਦਾ ਆ ਭੈਣ ਜੀ ਅੰਗੂਠੇ ਆਉਣ ਨੂੰ ਥਾਂ ਚਾਹੀਦਾ, ਮਾੜਾ ਮੋਟਾ ਤਾਂ ਖੁੱਲਾ ਆਉਣਾ ਹੀ ਆ ਹਨਾ, ਫਿਰ ਤਾਂ ਕਿਆ ਹੀ ਬਾਤਾਂ, ਕਿਆ ਸ਼ੂਜ਼ ਦੀ ਕੁਆਲਿਟੀ ਨਿਕਲ ਕੇ ਆਉਂਦੀ। ਜੇ ਆਪਾਂ ਕਹੀਏ ਸ਼ੂਜ਼ ਦੀ ਕੁਆਲਿਟੀ ਵਧੀਆ, ਉਹ ਸ਼ੂ ਨੂੰ ਘੁਮਾ ਕੇ ਹਿਲਾ ਕੇ ਦਿਖਾਉਣ ਲੱਗ ਜਾਂਦੇ ਨੇ ਕਿ ਸਹੀ ਹੈ ਹਨਾ। ਸੋ ਇਹ ਸ਼ਾਪਕੀਪਰਸ ਦੀਆਂ ਟ੍ਰਿਕਸ ਜਿਹੜੀਆਂ ਹੁੰਦੀਆਂ ਨੇ ਨਾ ਵਾਕਈ ਕਮਾਲ ਦੀਆਂ ਹੁੰਦੀਆਂ ਨੇ, ਪਰ ਤੁਸੀਂ ਦੇਖੋ ਕਿ ਅਸੀਂ ਮਾਲ ਦੇ ਉੱਤੇ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰਦੇ, ਬ੍ਰਾਂਡ ਦੇ ਨਾਮ ਤੇ ਕਿੰਨੀਆਂ ਮਹਿੰਗੀਆਂ ਟੀ-ਸ਼ਰਟਸ ਪਾਉਨੇ ਆ। ਫਿਰ ਜਦੋਂ ਮੇਲਿਆਂ ਦੇ ਵਿੱਚ ਉਹ ਪਹਿਲਾਂ ਹੀ 100 ਰੁਪਏ ਦੀ ਟੀ-ਸ਼ਰਟ ਵੇਚਦੇ ਹੁੰਦੇ ਨੇ, ਜਿਹੜੇ ਕਾਫੀ ਗਰੀਬ ਦੁਕਾਨਦਾਰ ਹਨਾ, ਰਸਤਿਆਂ ਤੇ ਮੇਲਿਆਂ 'ਚ ਆਪਾਂ ਦੇਖਦੇ ਹੀ ਆ, ਤੇ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ 100 ਰੁਪਏ ਦੀ ਨੂੰ ਵੀ ਆਪਾਂ ਕਹਿੰਦਾ 80 ਰੁਪਏ ਦੀ ਲਾ। ਮੈਂ ਏਦਾਂ ਹੀ ਲੰਘ ਰਹੀ ਸੀ ਤੇ ਉਹ ਖਰੇ ਪਤਾ ਨਹੀਂ, ਮੈਨੂੰ ਹੁਣ ਚੀਜ਼ ਨਹੀਂ ਯਾਦ ਕਿ ਕਿੰਨੇ ਦੀ ਸੀ, ਪਰ ਮੈਨੂੰ ਇੰਨਾ ਪਤਾ ਉਹ ਸਸਤੀ ਚੀਜ਼ ਸੀ ਤੇ ਬੀਬੀਆਂ ਕਹਿ ਰਹੀਆਂ ਸੀ ਹੋਰ ਸਸਤੀ ਕਰ, ਹੋਰ ਸਸਤੀ ਕਰ। ਭਾਈ ਕਹੀ ਜਾਵੇ ਨਹੀਂ ਤਾਂ ਮੇਰੀ ਲਾਗਤ ਤੋਂ ਵੀ ਘੱਟ ਦਾ ਤੁਸੀਂ ਕਹੀ ਜਾਂਦੇ ਹੋ, ਫਿਰ ਮੈਨੂੰ ਬਹੁਤ ਦੁੱਖ ਲੱਗਦਾ ਕਿ ਤੁਸੀਂ ਮਤਲਬ ਵੱਡੇ ਮਾਲ ਤੋਂ ਬ੍ਰਾਂਡਡ ਟੀ-ਸ਼ਰਟ ਇੱਕ 4000 ਦੀ ਪਾ ਸਕਦੇ ਆ, ਤੇ ਇੱਕ ਮੇਲੇ ਦੇ ਵਿੱਚ ਤੁਸੀਂ 100 ਰੁਪਏ ਦੀ ਟੀ-ਸ਼ਰਟ ਨੂੰ ਵੀ ਕਹਿੰਦੇ 80 ਦੀ ਲਾ। ਕਈ ਲੋਕ ਹੱਦ ਨਾਲੋਂ ਜ਼ਿਆਦਾ ਕੰਜੂਸ ਵੀ ਹੁੰਦੇ, ਮੈਂ ਵੀ ਕਹਿ ਦਵਾਂ, ਜਿਹੜੇ ਇੰਨੇ ਇੱਕ ਪੈਸੇ ਨੂੰ ਘਟਾਉਂਦੇ ਫਿਰਦੇ ਨੇ। ਬਟ ਉਹੀ ਗੱਲ ਹੈ ਨਾ ਕਿ ਅਸੀਂ ਸਿਰਫ ਔਰ ਸਿਰਫ ਇਹ ਕੰਮ ਕਰ ਸਕਦੇ ਹਾਂ ਛੋਟੀਆਂ ਦੁਕਾਨਾਂ ਤੇ, ਰੇਹੜੀਆਂ ਤੇ, ਜਾਂ ਫਿਰ ਆਮ ਕੋਈ ਵੀ ਦੁਕਾਨ ਹੋਵੇ। ਵੱਡੀਆਂ ਦੁਕਾਨਾਂ ਤੇ ਅਸੀਂ ਬਿਲਕੁਲ ਬਹਿਸਬਾਜ਼ੀ ਨਹੀਂ ਕਰਦੇ, ਕਿਉਂਕਿ ਵੱਡੀਆਂ ਦੁਕਾਨਾਂ ਨੇ ਸਭ ਤੋਂ ਬੜਾ ਬੇਵਕੂਫ ਸਾਨੂੰ ਇਹ ਬਣਾਇਆ ਹੁੰਦਾ ਕਿ 70% ਆਫ,
ਸਾਰੇ ਕੱਪੜਿਆਂ ਤੇ ਅਸੀਂ ਉਦਾਂ ਹੀ ਖੁਸ਼ ਹੋ 70% ਆਫ ਚੀਜ਼ ਜਾ ਕੇ ਦੇਖੇ ਤੇ 2000 ਦੀ ਹੈ। ਇਟ ਮੀਨਸ ਉਹ 5000 ਦੀ ਹੋਏਗੀ ਜਾਂ ਫਿਰ 4000 ਦੀ ਹੋਏਗੀ ਹਨਾ। ਉਸ ਤੋਂ ਬਾਅਦ ਤੁਸੀਂ 70% 50% ਆਫ ਲਗਾਇਆ ਹੋਇਆ, ਉਹ ਵਾਲੀ ਬੇਵਕੂਫੀ ਅਸੀਂ ਬੜੇ ਹੱਸ ਕੇ ਬਰਦਾਸ਼ਤ ਕਰ ਲੈਂਦੇ ਆ। ਇਹ ਤਾਂ ਕਸਟਮਰ ਮਾਈਂਡ ਰੀਡਿੰਗ ਹੈ। ਤੁਸੀਂ ਕਦੇ ਨੋਟ ਕੀਤਾ ਮਾਲ ਦੇ ਵਿੱਚ ਕਿਤੇ ਵੀ ਕਿਸੇ ਵੀ ਕੰਧ ਦੇ ਉੱਤੇ ਘੜੀ ਨਹੀਂ ਹੁੰਦੀ? ਕਦੇ ਕਲੌਕ ਦੇਖਿਆ ਕਿਸੇ ਮਾਲ ਦੇ ਵਿੱਚ? ਇਹ ਕਸਟਮਰ ਮਾਈਂਡ ਰੀਡਿੰਗ ਹੁੰਦੀ ਹੈ, ਠੀਕ ਹੈ ਨਾ। ਇਹ ਇੱਕ ਤਰੀਕਾ ਆ ਚੀਜ਼ ਨੂੰ ਸੇਲ ਕਰਨ ਦਾ ਕਿ ਕਸਟਮਰ ਜਦੋਂ ਆਪਾਂ ਕਹੀਦਾ ਨਾ ਹੋ ਇੰਨਾ ਟਾਈਮ ਹੋ ਗਿਆ ਆਪਾਂ ਨੂੰ ਪਤਾ ਹੀ ਨਹੀਂ ਲੱਗਾ। ਔਰ ਤੁਸੀਂ ਇੱਕ ਗੱਲ ਨੋਟ ਕਰਿਓ, ਜਦੋਂ ਆਪਾਂ ਕਿਸੇ ਮਾਲ 'ਚ ਜਾਂਦੇ ਆ ਉਹਨਾਂ ਨੇ ਕੱਪੜੇ ਬਿਲਕੁਲ ਸਿੱਧੀ ਲਾਈਨ 'ਚ ਨਹੀਂ ਲਾਏ ਹੁੰਦੇ। ਨੋਟ ਕੀਤਾ ਕਦੀ? ਉਹ ਸਿੱਧੀ ਲਾਈਨ 'ਚ ਲੱਗੇ ਹੋਣਗੇ ਨਾ, ਆਪਾਂ ਇੱਕ ਕਿਹੜਾ ਇੱਧਰ ਕੱਢਾਂਗੇ ਕਿ ਇੱਧਰ ਕੱਢਾਂਗੇ, ਉਹਨਾਂ ਨੇ ਕਦੇ ਘੁਮਾ ਕੇ ਇੱਧਰ ਨੂੰ ਕੀਤਾ ਹੁੰਦਾ, ਕਦੇ ਪੋਰਸ਼ਨ ਕੀਤੇ ਹੁੰਦੇ ਆ, ਤਾਂ ਜੋ ਜਿਹੜਾ ਕਸਟਮਰ ਆ ਘੁੰਮਦਾ ਹੀ ਕਨਫਿਊਜ਼ ਰਵੇ ਕਿ ਆਹ ਕਾਰਨਰ ਦੇਖ ਲਿਆ, ਇੱਧਰ ਦੇਖਿਆ, ਉਹਨੂੰ ਘੁੰਮਦੇ ਨੂੰ ਵੀ ਟਾਈਮ ਲੱਗੇ, ਤਾਂ ਕਿ ਸਾਰਾ ਜਿਹੜਾ ਆਪਣਾ ਮਾਲ ਆ ਘੁੰਮੇ ਬੰਦਾ। ਬਿਲਕੁਲ ਨੈਚੁਰਲ ਚੀਜ਼ ਆ। ਜਦੋਂ ਅਸੀਂ ਸਿੱਧਾ ਘੁੰਮਦੇ ਆ ਅਸੀਂ ਛੇਤੀ ਵੇਲੇ ਹੁੰਨੇ ਆ, ਜਦੋਂ ਅਸੀਂ ਘੁਮਾ ਕੇ ਘੁੰਮਦੇ ਆ ਅਸੀਂ ਲੇਟ ਵੇਲੇ ਹੁੰਨੇ ਆ। ਉਹੀ ਨਾ, ਛੋਟੇ ਬੱਚੇ ਦੀ ਕਹਿੰਦੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਉਹਨਾਂ ਨੇ ਬਿਲਕੁਲ ਨੀਚੇ ਰੱਖੀਆਂ ਹੁੰਦੀਆਂ ਤਾਂ ਕਿ ਬੱਚਿਆਂ ਦੀ ਨਜ਼ਰ ਦੇ ਸਾਹਮਣੇ ਕਾਊਂਟਰ ਦੇਖੋ ਕਿੱਦਾਂ ਬਣਾਏ ਹੁੰਦੇ ਨਾ, ਕੋਈ ਕਾਊਂਟਰ ਦਾ ਮੂੰਹ ਕਿੱਧਰ ਨੂੰ, ਕੋਈ ਕਾਊਂਟਰ ਦਾ ਮੂੰਹ ਕਿੱਧਰ ਨੂੰ, ਇਹ ਕਨਫਿਊਜ਼ ਕਰਨ ਦਾ ਇੱਕ ਤਰੀਕਾ। ਲੇਡੀਜ਼ ਡਿਪਾਰਟਮੈਂਟ ਕਈ ਵਾਰ ਉਹਨਾਂ ਨੇ ਨੀਚਲੇ ਸਟੋਰ 'ਚ ਰੱਖਿਆ ਹੁੰਦਾ ਔਰ ਜੈਂਟਸ ਉੱਪਰ ਰੱਖਿਆ ਹੁੰਦਾ, ਚਾਹੇ ਬੱਚਿਆਂ ਦਾ ਵੀ ਉੱਪਰ ਰੱਖਿਆ ਹੁੰਦਾ ਇਤਨਾ, ਤੇ ਤਾਂ ਕਿ ਅਗਰ ਬੱਚਿਆਂ ਦਾ ਚਾਹੀਦਾ ਤੇ ਉਹਦੇ ਨਾਲ ਜੈਂਟਸ ਦਾ ਵੀ ਦੇਖਿਆ ਜਾਵੇ। ਅਗਰ ਲੇਡੀਜ਼ ਦਾ ਨੀਚੇ, ਲੇਡੀਜ਼ ਓਬਵੀਅਸ ਦੇਖਣਗੀਆਂ, ਨਾਲ ਹੀ ਸ਼ੂਜ਼ ਰੱਖੇ ਹੁੰਦੇ, ਸੋ ਉਹਦੇ ਨਾਲ ਉਹ ਵੀ ਕਵਰ ਹੋ ਜਾਏ। ਸੋ ਬਹੁਤ ਵਧੀਆ ਟ੍ਰਿਕਸ ਨੇ ਲੋਕਾਂ ਦੀਆਂ। ਚਲੋ ਵਧੀਆ ਗੱਲ, ਮਾਰਕੀਟਿੰਗ ਆਣੀ ਚਾਹੀਦੀ ਹੈ, ਬਟ ਇਹ ਸਸਤੇ ਔਰ ਮਹਿੰਗੇ ਦਾ ਹਿਸਾਬ ਤਾਂ ਅੱਜ ਤੱਕ ਕਦੀ ਸਮਝ ਨਹੀਂ ਆਇਆ ਮੈਨੂੰ ਤਾਂ। ਆਪਾਂ ਨਾ ਮਾਲ ਦੀ ਵੀ ਗੱਲ ਕਰ ਰਹੇ ਆ, ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦੀ ਆ। ਤੁਸੀਂ ਕਦੇ ਕਿਸੇ ਮਾਲ ਦੇ ਵਿੱਚ ਵਿੰਡੋ ਦੇਖੀ ਆ ਜਿਹੜਾ ਸ਼ਾਪਿੰਗ ਸੈਂਟਰ ਹੋਵੇ? ਉਹਦੇ ਵਿੰਡੋ ਮਾਲ ਦੇ ਵਿੱਚ ਸਿਰਫ ਵਿੰਡੋਜ਼ ਉਸ ਸਾਈਡ ਤੇ ਹੋਣਗੀਆਂ ਜਿੱਥੋਂ ਸਟੇਅਰਸ ਲੱਗੀਆਂ ਹੋਣਗੀਆਂ ਜਾਂ ਐਂਟਰੀ ਹੁੰਦੀ ਹੋਏਗੀ। ਜਿਹੜੇ ਸ਼ਾਪਿੰਗ ਸੈਂਟਰ ਨੇ ਉਹਨਾਂ ਦੇ ਆਸੇ-ਪਾਸੇ ਕਿਤੇ ਕਦੇ ਵਿੰਡੋ ਨਹੀਂ ਹੋਊਗੀ। ਤੁਹਾਨੂੰ ਬਾਹਰਲਾ ਮਾਹੌਲ ਨਹੀਂ ਦਿਖਦਾ ਕਿ ਤੁਹਾਨੂੰ ਪਤਾ ਨਾ ਲੱਗ ਜਾਵੇ ਕਿ ਤੁਸੀਂ ਸ਼ਾਮੀ 4 ਵਜੇ ਆਏ ਸੀ, ਹੁਣ ਹਨੇਰਾ ਹੋਣ ਲੱਗ ਗਿਆ 7 ਵਜ ਗਏ। ਉਹੀ ਨਾ, ਅਭੀ ਇੱਕ ਹਾਂ, ਇਹ ਵੀ ਇੱਕ ਬਹੁਤ ਵੱਡੀ ਟ੍ਰਿਕ ਹੁੰਦੀ ਹੈ ਕਸਟਮਰ ਦੀ ਮਾਈਂਡ ਰੀਡਿੰਗ ਦੀ। ਦੂਸਰੀ ਗੱਲ ਤੁਸੀਂ ਇੱਕ ਨੋਟ ਕਰਿਓ, ਜਦੋਂ ਕਿਸੇ ਕਸਟਮਰ ਨੇ ਇੱਕ ਵਾਰੀ ਕਹਿ ਦਿੱਤਾ ਨਾ ਕਿਸੇ ਸ਼ਾਪਕੀਪਰ ਨੂੰ ਕਿ ਆਹ ਤਾਂ ਮੈਨੂੰ ਠੀਕ ਲੱਗਦਾ ਆ, ਬਸ ਫੇਰ ਉਸ ਦੁਕਾਨ ਦੇ 2-3 ਬੰਦੇ ਉਸ ਕੱਪੜੇ ਦੀਆਂ ਤਾਰੀਫਾਂ ਕਰਨ ਲੱਗ ਜਾਣਗੇ। ਸਰ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗਦਾ, ਤੁਹਾਡੇ ਕਲਰ ਹੀ ਬਹੁਤ ਵਧੀਆ, ਤੁਹਾਡੀ ਚੋਇਸ ਹੀ ਬਹੁਤ ਵਧੀਆ, ਇਦਾਂ ਦਾ ਤਾਂ ਰੰਗ ਕਦੇ ਹੋਣਾ ਹੀ ਨਹੀਂ। ਗੱਲ ਯਾਦ ਆ ਰਹੀ ਹੈ ਕਿ ਇੱਕ ਵਾਰੀ ਮੈਂ ਵੀ ਇੱਕ ਡਰੈਸ ਟਰਾਈ ਕੀਤੀ ਸੀ, ਉਹ ਥੋੜੀ ਜਿਹੀ ਲੂਜ਼ ਸੀਗੀ, ਬਟ ਮੈਨੂੰ ਫਿਰ ਵੀ ਇਹ ਕਿਹਾ ਜਾ ਰਿਹਾ ਸੀ ਨਹੀਂ ਮੈਮ ਲੂਜ਼ ਬੜੀ ਅੱਛੀ ਲੱਗ ਰਹੀ ਹੈ। ਅੱਛਾ, ਲੂਜ਼ ਅੱਜ ਕੱਲ ਲੂਜ਼ ਦਾ ਰਿਵਾਜ ਆ, ਲੂਜ਼ ਦਾ ਰਿਵਾਜ ਜੇ ਚੀਜ਼ ਭੀੜੀ ਆ ਅੱਜ ਕੱਲ ਭੀੜੇ ਦਾ ਰਿਵਾਜ ਆ। ਮਤਲਬ ਜਿੱਦਾਂ ਤੁਸੀਂ ਪਾ ਲਿਆ ਉਹੀ ਰਿਵਾਜ ਸ਼ੁਰੂ ਹੋ ਜਾਂਦਾ। ਪਰ ਮੈਂ ਜਦ ਤੱਕ ਕੰਫਰਟੇਬਲ ਨਹੀਂ ਆ, ਮੈਨੂੰ ਹੀ ਅੱਛਾ ਨਹੀਂ ਲੱਗ ਰਿਹਾ ਇੰਨਾ ਢਿੱਲਾ ਜਿਹਾ ਕੋਈ ਕੱਪੜਾ, ਤੇ ਮੈਂ ਕਿੱਦਾਂ ਕਹਿ ਦਵਾਂ? ਨਹੀਂ, ਬਹੁਤ ਇਰੀਟੇਸ਼ਨ ਹੁੰਦੀ ਆ। 2-3 ਜਾਣਿਆਂ ਨੇ ਇੱਕ ਗੱਲ ਨੂੰ ਕਿਹਾ ਨਹੀਂ ਮੈਮ ਬਹੁਤ ਅੱਛਾ ਲੱਗ ਰਿਹਾ, ਤੁਸੀਂ ਲੈ ਲਓ, ਬਾਏ ਕਰ ਲਓ। ਮੈਂ ਕਿਹਾ ਨਹੀਂ, ਸਾਈਜ਼ ਜਦੋਂ ਆਏਗਾ ਨਾ ਪ੍ਰੋਪਰ ਫਿਰ ਮੈਂ ਉਹਦੇ ਲਵਾਂਗੀ। ਮੈਂ ਕਹਿੰਦੀ ਧੱਕੇ ਨਾਲ ਜਦੋਂ ਕੋਈ ਚੀਜ਼ ਤੁਹਾਨੂੰ ਕੋਈ ਸ਼ਾਪਕੀਪਰ ਵੇਚਣ ਦੀ ਕੋਸ਼ਿਸ਼ ਕਰਦਾ ਨਾ, ਗਾਹਕ ਟੁੱਟੇਗਾ ਹੀ, ਜੁੜੇਗਾ ਨਹੀਂ। ਕਿਉਂਕਿ ਘਰੇ ਆ ਕੇ ਜੋ ਸਾਨੂੰ ਸਾਡੇ ਪਾਈ ਹੋਈ ਪਸੰਦ ਨਹੀਂ ਆਈ ਤਾਂ ਫਿਰ ਦੇਖੋ, ਇਹ ਸ਼ਾਪਿੰਗ ਟ੍ਰਿਕਸ ਇੱਕ ਨਹੀਂ ਕਿੰਨੇ ਤਰੀਕੇ ਦੀਆਂ ਹੁੰਦੀਆਂ। ਹੁਣ ਇੱਕ ਵਾਰੀ ਨਾ ਤੁਸੀਂ ਦੇਖ ਲਓ ਕਿ ਜਦੋਂ ਆਪਾਂ ਕਹਿ ਦਈਏ ਕਿ ਮੰਨ ਲਓ ਆਪਾਂ ਕਹਤਾ ਸਾਨੂੰ 500 ਦੀ ਰੇਂਜ ਤੱਕ ਸੂਟ ਦਿਖਾ ਦੇ, ਪਸੰਦ ਆ ਗਿਆ ਸਾਨੂੰ 800 ਦਾ, ਅਗਲੀ ਵਾਰੀ ਵੀ ਸਾਨੂੰ ਪਸੰਦ ਆ ਗਿਆ 1000 ਦਾ। ਉਦਾਹਰਨ ਦੇ ਰਹੀ ਹਾਂ ਮੈਂ ਇੱਕ, ਹਾਲਾਂਕਿ 500 ਦਾ ਸੂਟ ਚਲੋ ਬਹੁਤ ਘੱਟ ਆਉਂਦੇ ਨੇ ਹਨਾ। ਤੇ ਹੁਣ ਇਹਦੇ ਚ ਕੀ ਹੁੰਦਾ, ਮੈਡਮ ਜੀ ਤੁਹਾਡੀ ਨਾ ਪਸੰਦ ਮਹਿੰਗੀ ਵਾਲੀ ਹੈ, ਤੁਸੀਂ ਕਈ ਜਣੇ ਲੈਣਾ ਸਸਤਾ ਪਰ ਤੁਹਾਡੀ ਪਸੰਦ ਆਮ ਨਹੀਂ ਹੈਗੀ, ਜਿਹੜੀ ਤੁਹਾਡੀ ਕੁਆਲਿਟੀ ਆ ਉਹ ਬਹੁਤ ਵਧੀਆ ਪਸੰਦ ਸੂਟਾਂ ਵਾਲੀ। ਇੰਨੇ ਚ ਬੀਬੀ ਖੁਸ਼ ਹੋ ਜਾਂਦੀ ਆ, ਲੈ ਵੀ ਭਾਈ ਨੇ ਕਹਿਤਾ ਤੇਰੀ ਤਾਂ ਪਸੰਦ ਹੀ ਮਹਿੰਗੇ ਕੱਪੜੇ ਵਾਲੀ ਆ, ਇਹਨੂੰ ਮਹਿੰਗੇ ਕੱਪੜੇ ਦਿਓ ਤੇ ਤੋਰੋ। ਉਹੀ ਨਾ, ਇੱਕ ਕਈ ਵਾਰ ਆਪਾਂ ਦਾ ਆਨਲਾਈਨ ਬਹੁਤ ਸਾਰੇ ਕੱਪੜੇ ਦੇਖਦੇ ਆ ਔਰ ਜੇ ਬਾਈ ਚਾਂਸ ਸ਼ੌਪਕੀਪਰ ਨੂੰ ਕਹਿ ਦਈਏ ਯਾਰ ਉਦਾਂ ਦੇ ਕੱਪੜੇ ਇੱਥੇ ਨਹੀਂ ਮਿਲਦੇ, ਮਹਿੰਗੀ ਵਾਲੀ ਚੀਜ਼ ਜਿੱਦਾਂ ਕਹਿੰਦੇ ਪਸੰਦ, ਕਿ ਮੈਂ ਜਿਹੜਾ ਕੱਪੜਾ ਲੱਭ ਰਹੀ ਆ ਨਾ ਮੈਨੂੰ ਮਿਲ ਨਹੀਂ ਰਿਹਾ ਇੱਥੇ, ਤੇ ਸੂਟ ਜਿਹੜੇ ਮੈਂ ਪ੍ਰਾਈਸ ਦੇਖੇ ਉਹ ਹਾਈ ਬੜੇ ਆ ਜਿਹੜੇ ਮੈਨੂੰ ਪਸੰਦ ਆਉਂਦੇ ਆ। ਫਿਰ ਐਗਜ਼ੈਕਟਲੀ ਇਦਾਂ ਹੀ ਗੱਲ ਹੁੰਦੀ ਹੈ ਕਿ ਨਹੀਂ ਤੁਹਾਡੀ ਚੋਇਸ ਬਹੁਤ ਵਧੀਆ ਹੈ, ਫਿਰ ਤੁਸੀਂ ਮਹਿੰਗੇ ਕੱਪੜੇ ਦੇ ਸ਼ੌਕੀਨ ਹੋ, ਮਹਿੰਗੇ ਕੱਪੜੇ ਪਸੰਦ ਹੈ, ਆਓ ਸਾਡੀ ਦੁਕਾਨ ਦੇ ਅੰਦਰ ਤੁਹਾਨੂੰ ਉਹ ਵੀ ਕੱਪੜੇ ਮਿਲ ਜਾਣਗੇ ਜਿਹੜੇ ਤੁਸੀਂ ਆਨਲਾਈਨ ਦੇਖੇ। ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਮੈਂ ਬਾਰ-ਬਾਰ ਮੈਨੂੰ ਲੱਗਦਾ ਤੀਜੀ ਚੌਥੀ ਵਾਰੀ ਗੱਲ ਕਹਿਣ ਲੱਗੀ ਆ ਕਿ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਵਾਹ ਮੈਨੂੰ ਬੇਵਕੂਫ ਬਣਾ ਰਹੇ ਨੇ, ਵਧੀਆ ਲੱਗ ਰਿਹਾ ਦੇਖ ਕੇ ਹਨਾ। ਖੁਦ ਮੈਂ ਆਪਣੀ ਗੱਲ ਕੱਲ ਪਰਸੋਂ ਦੀ ਹੱਡ ਬੀਟੀ ਦੱਸਦੀ ਆ ਤੁਹਾਨੂੰ। ਮਾਰਕੀਟ ਦੇ ਵਿੱਚ ਮੈਂ ਇਦਾਂ ਦੀ ਕੋਈ ਡਰੈਸ ਦੇਖੀ ਜਿਹਦੀ ਅੱਪਰ ਬਾਡੀ ਤੇ ਐਮਬ੍ਰੋਇਡਰੀ ਸੀਗੀ, ਠੀਕ ਆ,
ਤੇ ਮੈਂ 2-3 ਹੋਰ ਸ਼ਾਪ ਤੇ ਰੇਟ ਪਤਾ ਕਰਨ ਦੇ ਲਈ ਗਈ ਇਦਾਂ ਦੀਆਂ ਡਰੈਸਸ ਕਿੰਨੇ ਕੁ ਤੱਕ ਹੋਰ ਮਿਲ ਸਕਦੀਆਂ। ਇੱਕ ਮੈਂ ਟ੍ਰਿਕ ਤੇ ਟਿਪ ਦੇਣਾ ਚਾਹੂੰਗੀ, ਕਦੇ ਵੀ ਇੱਕੋ ਦੁਕਾਨ 'ਚ ਵੜ ਕੇ ਉੱਥੋਂ ਸ਼ਾਪਿੰਗ ਕਰਕੇ ਬਾਹਰ ਨਾ ਆ ਜਾਓ, ਪਹਿਲਾਂ ਮਾਰਕੀਟ ਸਰਵੇ ਕਰੋ। 4-5 ਦੁਕਾਨਾਂ ਦੇ ਉੱਤੇ ਘੱਟੋ ਘੱਟ ਇਸ ਚੀਜ਼ ਦਾ ਸਰਵੇ ਕਰੋ। ਇੱਕ ਸ਼ਾਪਕੀਪਰ ਨੇ ਮੈਨੂੰ ਕਿਹਾ ਜਿਹੜੀ ਚੀਜ਼ ਤੁਸੀਂ ਮੰਗਦੇ ਨਾ ਇਹ ਤਾਂ ਆਉਂਦੀ ਨਹੀਂ, ਅੱਛਾ ਇਹ ਥੋੜੀ ਮਿਲਣੀ ਆ, ਪਰ ਮੈਂ ਉਹਨੂੰ ਦੱਸਿਆ ਨਹੀਂ ਕਿ ਮੈਨੂੰ ਤਾਂ ਪਤਾ ਆ ਕਿ ਇਹ ਚੀਜ਼ ਆਉਂਦੀ ਆ, ਹੈਨਾ। ਉਹਨਾਂ ਨੇ ਮੈਨੂੰ ਏਦਾਂ ਕਰ ਦਿੱਤਾ ਨਾ ਕਿ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ ਜੀ, ਇਹ ਤਾਂ ਬੁਟੀਕ ਤੇ ਮਿਲਦੀਆਂ, ਇਹ ਤਾਂ ਹੁੰਦੀਆਂ ਹੀ ਨਹੀਂ, ਇਹ ਤਾਂ ਕਦੀ ਆਈਆਂ ਹੀ ਨਹੀਂ, ਹੈਨਾ। ਫਿਰ ਕਈ ਕਹਿ ਦੇਣਗੇ ਕਿ ਚਲੋ ਜੀ ਚੀਜ਼ਾਂ ਤਾਂ ਉੱਪਰ ਥੱਲੇ ਹੁੰਦੀਆਂ ਹੀ ਰਹਿੰਦੀਆਂ। ਸੋ ਸ਼ਾਪਕੀਪਰ ਸਾਡੇ ਮਾਈਂਡ ਸੈਟ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕਦੋਂ ਕਿਹੜੀ ਚੀਜ਼ ਪਸੰਦ ਆ ਗਈ, ਉਹ ਆਪਣੀ ਚੀਜ਼ ਵੇਚਣ ਦੇ ਲਈ ਪੂਰੀ ਵਾਹ ਲਾ ਦਿੰਦੇ ਨੇ। ਉੱਥੇ ਸਾਨੂੰ ਸਮਝਣ ਦੀ ਲੋੜ ਆ। ਦੂਸਰਾ, ਜਿਹੜੇ ਗਰੀਬ ਰੇੜੀਆਂ ਤੇ ਚੀਜ਼ਾਂ ਵੇਚਦੇ ਨੇ ਜਾਂ ਜਿਨ੍ਹਾਂ ਦੀਆਂ ਛੋਟੀਆਂ ਦੁਕਾਨਾਂ ਨੇ, ਉਹਨਾਂ ਨੂੰ ਇੰਨਾ ਮੈਂਟਲੀ ਹਰਾਸ ਨਾ ਕਰੋ ਕੋਈ ਵੀ ਚੀਜ਼ ਖਰੀਦਣ ਲੱਗਿਆ ਕਿ ਉਹਨਾਂ ਨੇ ਜਿਹੜੇ 10-5 ਰੁਪਏ ਬਚਾਉਣੇ ਉਹਨਾਂ ਨੂੰ ਉਹ ਵੀ ਨਾ ਬਚਣ। ਤੇ ਆਹੀ ਔਖਾ ਟਾਈਮ ਉਦੋਂ ਹੀ ਲੱਗਦਾ ਕਿ ਜਦੋਂ ਅਸੀਂ ਛੋਟੀਆਂ ਦੁਕਾਨਾਂ ਵਾਲੇ ਰੇੜੀ ਵਾਲਿਆਂ ਨੂੰ ਬਹੁਤ ਜ਼ਿਆਦਾ ਹਰਾਸ ਬਹੁਤ ਤੰਗ ਕਰਦੇ ਕਈ ਲੋਕ, ਸੱਚੀ ਖਾਸ ਕਰਕੇ ਬੀਬੀਆਂ ਤਾਂ ਯਾਰ ਸ਼ਿਕਾਇਤ ਹੈ। ਬੰਦੇ ਤਾਂ ਅਸੀਂ ਬਹੁਤ ਘੱਟ ਹੀ ਦੇਖੇ ਲੜਦੇ, ਲੇਕਿਨ ਜੋ ਬੀਬੀਆਂ ਲੜਦੀਆਂ ਬੰਦੇ ਗੰਡੇ ਖਰੀਦਣ ਵੀ ਕਿੱਥੋਂ ਜਾਂਦੇ, ਬੀਬੀਆਂ ਨੇ ਖਰੀਦਣ ਜਾਣਾ ਤੇ ਉਹਨਾਂ ਨੇ ਹੀ ਕਹਿਣਾ। ਤੇ ਖਾਸ ਕਰਕੇ ਸੇਲ ਤੇ ਤੁਸੀਂ ਰਸ਼ ਦੇਖਿਆ ਕਰੋ, हर एक बंदा हर एक कैटेगरी का, ना गरीब ना अमीर। मतलब अगर एक अच्छे शोरूम ने अपनी दुकान के बाहर अपने शूज़ की या फिर कपड़े की सेल लगा दी है, इट मीनस कि उस शोरूम के कपड़े बहुत वधिया ही ने अगर सेल ते लगे ने। हुंदा ये है कि असी सेल के चक्कर च सस्ती चीज़ लै लैंदे आ, उस तो बाद सानू उहदा नुकसान बहुत जल्दी ही भुगतना पै जाता है जदों वो चीज़ खराब हो जाती है, क्योंकि दुकानदार ने तो अपना समान कट के बेचना ही है। कई लोग नहीं समझ पाते, कई समझदार समझ भी जाते हैं कि अगर उन्होंने इस चीज़ ट्रिक किया इट मीनस कोई ना कोई वजह ही है। ਮੇਰਾ ਤਾਂ ਮੰਨਣਾ ਇਹ ਆ, ਮੈਂ ਆਪਣੀ ਪਰਸਨਲ ਥਿੰਕਿੰਗ ਦੱਸ ਰਹੀ ਹਾਂ ਤੁਹਾਨੂੰ, ਸੇਲ ਤੇ ਕਦੇ ਸਮਾਨ ਸਸਤਾ ਨਹੀਂ ਮਿਲਦਾ, ਸੇਲ ਤੇ ਓਰੀਜਨਲ ਪ੍ਰਾਈਸ 'ਚ ਚੀਜ਼ ਮਿਲਦੀ ਆ। ਸੋ ਮੈਂ ਖੁਦ ਜ਼ਿਆਦਾਤਰ ਜੇ ਮੇਰੀ ਮਜਬੂਰੀ ਨਾ ਹੋਵੇ ਸੇਲ ਨੂੰ ਪ੍ਰੈਫਰ ਕਰਦੀ ਆ, ਕਿਉਂਕਿ ਓਰੀਜਨਲ ਰੇਟਸ ਜ਼ਿਆਦਾਤਰ ਉਹੀ ਨੇ। ਸੋ ਅੱਜ ਅਸੀਂ ਬੜੀ ਗੱਲਾਂ ਕੀਤੀਆਂ ਸੇਲ ਦੀਆਂ, ਕੱਪੜਿਆਂ ਦੀਆਂ, ਸ਼ੂਜ਼ ਦੀਆਂ, ਕਿ ਕਿਵੇਂ ਮਾਰਕੀਟ ਵਾਲੇ ਸਾਨੂੰ ਬੇਵਕੂਫ ਬਣਾਉਂਦੇ ਨੇ। ਸੋ ਚੁਗਲੀ ਸੈਂਟਰ ਮੈਨੂੰ ਲੱਗਦਾ ਥੋੜਾ ਸੀਰੀਅਸ ਟਾਈਪ ਦਾ ਹੋ ਗਿਆ। ਨਹੀਂ ਠੀਕ ਹੈ ਨਾ, ਇਹ ਚੁਗਲੀਆਂ ਬੀਬੀਆਂ ਅਕਸਰ ਘਰਾਂ ਜਾ ਕੇ ਕਰਦੀਆਂ ਨੇ ਨਾ ਕਿ ਭੈਣ ਜੀ ਮੈਂ ਤਾਂ ਇੰਨੇ ਦਾ ਲੈਣ ਗਈ ਸੀ ਤਾਂ ਇੰਨੇ ਦਾ ਮਿਲਿਆ। ਇਹ ਚੁਗਲੀ ਦਾ ਬਹੁਤ ਵੱਡਾ ਵਿਸ਼ਾ ਵੀ ਹੈ। ਚਲੋ ਫਿਲਹਾਲ ਆਪਾਂ ਤਾਂ ਅੱਜ ਸ਼ੌਪਕੀਪਰਸ ਦੀ ਵੀ ਔਰ ਕਸਟਮਰ ਦੋਨਾਂ ਦੀ ਚੁਗਲੀ ਕੀਤੀ, ਦੋਨਾਂ ਦੀ ਹੱਕ ਦੀ ਚੁਗਲੀ ਕੀਤੀ ਹੈ, ਦੋਨਾਂ ਦੇ ਵਿਰੋਧ ਦੀ ਚੁਗਲੀ ਕੀਤੀ ਹੈ। ਫਿਲਹਾਲ ਸਾਡਾ ਪ੍ਰੋਗਰਾਮ ਇੱਥੇ ਖਤਮ ਹੋ ਰਿਹਾ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।